ਮਾਈਕਰੋਸਕੋਪ ਥੱਲੇ ਕਿਤੇ ਦਹੀਂ ਦਾ ਨਿੱਕਾ ਜਿਹਾ ਹਿੱਸਾ ਵੀ ਦੇਖ ਲਓ ਨਾ, ਜਿਵੇਂ ਮੈਂ 6 ਮਹੀਨੇ ਦਹੀਂ ਨੂੰ ਹੱਥ ਨਹੀਂ ਸੀ ਲਾਇਆ, ਤੁਸੀਂ ਵੀ ਨਹੀਂ ਜੇ ਲਾਣ ਲੱਗੇ, ਕਿਉਂਕਿ ਉਸ 'ਚ ਕੁਰਬੁਲ ਕੁਰਬੁਲ ਕਰਦੇ ਇੰਨੇ ਕੀੜੇ ਹੋਣਗੇ ਕਿ ਮੂੰਹ 'ਚ ਪਾਇਆ ਨਹੀਂ ਜਾ ਸਕਦਾ। ਸਤਮਾਏ ਬੱਚੇ ਦੇ ਅੰਦਰ ਅੰਤੜੀਆਂ ਵਿੱਚ ਵੀ ਪਾ ਦਿੰਨੇ ਆ, ਯਾਨੀ ਦਹੀਂ ਨਹੀਂ ਪਾਉਂਦੇ ਉਹੀ ਕੀਟਾਣੂ ਜੋ ਦਹੀਂ ਬਣਾਉਂਦੇ ਨੇ, ਤਾਂ ਉਹਨਾਂ ਨੂੰ ਅਸੀਂ ਬਚਦੇ ਵੇਖਿਆ। ਤੁਸੀਂ ਹੈਰਾਨ ਹੋ ਜਾਓਗੇ, ਮਰਦਾਨਾ ਕਮਜ਼ੋਰੀ ਤੱਕ ਲਈ ਇੰਨੀਆਂ ਕਮਾਲ ਦੀਆਂ ਖੋਜਾਂ ਆਈਆਂ ਨੇ, ਟੂ ਦਿਸ ਐਕਸਟੈਂਟ ਕਿ ਜੇ ਅਸੀਂ ਗਰਭਵਤੀ ਔਰਤ ਨੂੰ ਦਹੀਂ ਰੈਗੂਲਰ 3 ਵਾਰ ਕੌਲੀਆਂ ਖਵਾਉਂਦੇ ਰਹੀਏ ਨਾ, ਤਾਂ ਉਹਦੇ ਬੱਚਾ ਜਿਹੜਾ ਜੰਮਣਾ ਯਾਨੀ ਜੋ ਪੇਟ 'ਚ ਸੀ, ਉਹਨੂੰ ਚਮੜੀ ਦਾ ਐਟੋਪਿਕ ਡਰਮੇਟਾਈਟਸ ਰੋਗ ਇੱਕ ਹੁੰਦਾ ਜੇ, ਉਹ ਹੁੰਦਾ ਨਹੀਂ। ਇੱਕ ਸਵਾਲ ਇਹਦੇ ਨਾਲ ਜੁੜਿਆ ਹੋਇਆ, ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੋਂ ਜ਼ਿਆਦਾ ਇਤਫਾਕ ਰੱਖਦੇ ਨੇ ਜਾਂ ਤਵੱਕੋ ਕਰਦੇ ਨੇ, ਉਹ ਇਹ ਹੈ ਕਿ ਉਹ ਕਹਿੰਦੇ ਕਿ ਮਟਕੇ ਦੇ ਵਿੱਚ ਜਮਾਈ ਹੋਈ ਦਹੀਂ ਉਹਦੀ ਵਰਤੋਂ ਕਰੋ। ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਉਹ ਜ਼ਰੂਰੀ ਖਾਣੀ ਚਾਹੀਦੀ ਹੈ ਜਾਂ ਨਹੀਂ? ਪ੍ਰੂਵ ਹੋ ਗਿਆ ਕਿ ਤਾਜ਼ੀ ਜੰਮੀ ਦਹੀਂ ਨੂੰ ਟੈਸਟ ਟਿਊਬ ਵਿੱਚ ਜਦੋਂ ਪਾਇਆ ਗਿਆ, ਸਪਰਮ ਕਾਊਂਟ ਦੀ ਤੇ ਸਪਰਮ ਦੀ ਜਿਹੜੀ ਐਕਟੀਵਿਟੀ ਦੇ ਵਿੱਚ ਉਹ ਫਰਕ ਦਿਸਿਆ। ਜਿਨ੍ਹਾਂ ਨੂੰ ਰੈਗੂਲਰ 6 ਮਹੀਨੇ 2 ਵਾਰ 250 ਗ੍ਰਾਮ ਦਹੀਂ ਖਾਣ ਨੂੰ ਰੈਗੂਲਰ ਦਿੱਤਾ ਗਿਆ। ਵੀ ਮੈਂ ਆਪ ਆਪਣੇ ਅੱਖੀਂ ਦੇਖ ਕੇ ਆਈ ਹਾਂ, ਸਵਿਟਜ਼ਰਲੈਂਡ 'ਚ ਦੁਕਾਨ 'ਚ ਗਏ ਅਸੀਂ, ਮੈਨੂੰ ਤਾਂ ਉਹ ਭਾਸ਼ਾ ਨਹੀਂ ਸੀ ਆਉਂਦੀ ਜੋ ਲਿਖੀ, ਤਾਂ ਉੱਥੇ ਜਿਹੜੀ ਸੇਲਸ ਗਰਲ ਸੀ ਉਹਨੂੰ ਪੁੱਛਿਆ ਵੀ ਆਹ ਕੀ ਲਿਖਿਆ, ਕਿਹੜਾ ਸਭ ਤੋਂ ਮਹਿੰਗਾ ਸ਼ੈਂਪੂ ਲਿਖਿਆ ਹੋਇਆ। ਕੀਮਤ ਉਹਦੀ 350 ਪਾਉਂਡ ਸੀ। ਮੇਰੇ ਵਰਗਾ ਤਾਂ ਹੱਥ ਲਾਂਦਾ ਵੀ ਡਰਦਾ ਸੀ ਵੀ ਇੰਨੀ ਮਹਿੰਗੀ ਇਹ ਕੀ ਜੇ। ਪਤਾ ਉਹਨੇ ਮੈਨੂੰ ਕੀ ਪੜ੍ਹ ਕੇ ਦੱਸਿਆ ਵੀ ਇਹ ਦਹੀਂ ਹੈ, ਭਾਵੇਂ ਵਾਲ ਝੜਦੇ ਹੋਣ ਜਾਂ ਇਹ ਛੇਤੀ ਨਾ ਗੁੰਝਲਾਂ ਪੈ ਜਾਂਦੀਆਂ ਹੋਣ ਜਾਂ ਲਿਸ਼ਕ ਚਲੀ ਗਈ ਹੋਏ, ਤਾਂ ਉਹ ਸਾਰੇ ਲਈ ਨਰੋਈ ਚਮੜੀ ਵਾਸਤੇ ਠੀਕ ਠਾਕ ਕਰਨ ਲਈ ਇਹ ਸਭ ਤੋਂ ਮਹਿੰਗਾ ਜੇ। ਤਾਜ਼ੀ ਜੰਮੀ, ਬਿਲਕੁਲ ਵਿੱਚ ਮਿੱਠਾ ਜਾਂ ਨਮਕ ਨਹੀਂ ਪਾਉਣਾ, ਫ੍ਰਿਜ 'ਚ ਜਾਣਾ ਨਹੀਂ, 3 ਦਿਨ ਤੋਂ ਬਾਅਦ ਦੀ ਪੁਰਾਣੀ ਖਾਣੀ ਨਹੀਂ। ਸੋ ਤੁਸੀਂ ਸਮਝ ਲਓ ਜੇ ਅਸਰ ਹੋਣਾ ਜੇ ਤਾਂ ਤਾਜ਼ੀ ਦਹੀਂ ਦਾ। ਪ੍ਰਾਈਮ ਏਸ਼ੀਆ ਟੀਵੀ ਦੇ ਬੇਹੱਦ ਖਾਸ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘਰੇਲੂ ਚੀਜ਼ਾਂ ਦੇ ਉੱਤੇ ਵੱਧ ਜ਼ੋਰ ਦਈਏ ਤੇ ਜਿਹੜੀਆਂ ਆਮ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਚੀਜ਼ਾਂ ਨੇ ਉਹਨਾਂ ਦੀ ਵਰਤੋਂ ਦੇ ਫਾਇਦੇ ਨੁਕਸਾਨ, ਉਹਨੂੰ ਕਿੰਨਾ ਕੁ ਖਾਣਾ ਚਾਹੀਦਾ, ਕਿੰਨਾ ਨਹੀਂ ਖਾਣਾ ਚਾਹੀਦਾ, ਜਾਂ ਕੀ ਪੀਣਾ ਚਾਹੀਦਾ ਜਾਂ ਕੀ ਨਹੀਂ ਪੀਣਾ ਚਾਹੀਦਾ, ਇਸ ਬਾਰੇ ਸਾਡਾ ਇਹ ਪ੍ਰੋਗਰਾਮ ਹੁੰਦਾ। ਇਸ ਨੂੰ ਤੁਸੀਂ ਪਿਆਰ ਦਿੰਦੇ ਹੋ, ਮਣਾ ਮੋਹੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਖਾਸ ਗੱਲਬਾਤ ਕਰਨੀ ਆ ਉਹ ਦਹੀਂ ਦੇ ਉੱਤੇ ਹੈ, ਤੇ ਨਾਲ ਸਾਡੇ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਹਰ ਰੋਜ਼ ਦੀ ਤਰ੍ਹਾਂ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਮੈਡਮ, ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਤੇ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਫਤਿਹ ਜੀ। ਮੈਮ ਸਭ ਤੋਂ ਪਹਿਲਾਂ ਦਹੀਂ ਦੇ ਉੱਤੇ ਤਾਂ ਪ੍ਰੋਗਰਾਮ ਆਪਾਂ ਬਾਅਦ ਚ ਕਰਨਾ, ਪਹਿਲਾਂ ਇੱਕ ਗੱਲ ਇਹ ਹੁੰਦੀ ਹੈ ਕਿ ਨੁਸਖੇ ਤੁਸੀਂ ਇੱਥੇ 10 ਜ਼ਰੂਰ ਜਾਂਦੇ ਹੋ, ਪਰ ਬਾਅਦ ਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਤੁਹਾਨੂੰ ਫੋਨ ਕਰਕੇ ਜ਼ਰੂਰ ਪੁੱਛਿਆ ਜਾਂਦਾ, ਉਦੋਂ ਤੁਸੀਂ ਵਧੀਆ ਨੁਸਖੇ ਦੱਸਦੇ ਹੋ, ਪ੍ਰੋਗਰਾਮ 'ਚ ਘੱਟ ਦੱਸਦੇ ਹੋ, ਇਹ ਦੱਸਿਓ। ਨਹੀਂ ਦੇਖੋ, ਇੱਕ ਨਿੱਕੀ ਜਿਹੀ ਆਪਾਂ ਨੁਕਤਾ ਗੱਲ ਕਰਦੇ ਹਾਂ, ਆਮ ਹੀ ਆਪਾਂ ਗੱਲ ਕਰ ਲੈਂਦੇ ਹਾਂ ਆਫ ਦੀ ਰੈਕਰਡ, ਜਦੋਂ ਫੋਨ ਤੇ ਜਦੋਂ ਪ੍ਰੋਗਰਾਮ ਨਹੀਂ ਕਰਦੇ। ਕਦੇ ਮੈਂ ਤੁਸੀਂ ਕਿਹੜੇ ਕੱਪੜੇ ਰੰਗ ਦੇ ਪਾਏ ਨੇ ਨਹੀਂ ਦੱਸ ਸਕਦੀ। ਮੇਰਾ ਖਿਆਲ ਹੈ ਤੁਹਾਡਾ ਵੀ ਇਹੋ ਹਾਲ ਹੋਏਗਾ। ਬਿਲਕੁਲ ਠੀਕ। ਆਪਾਂ ਫੋਨ ਤੇ ਗੱਲ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਦੇ ਬਾਹਰ ਸਰੀਰ ਦੇ ਪਾਏ ਕੱਪੜੇ ਨਹੀਂ ਦੱਸੇ ਜਾ ਸਕਦੇ। ਬਿਲਕੁਲ ਇੰਝ ਹੀ ਜਦੋਂ ਕੋਈ ਬਿਮਾਰੀ ਬਾਰੇ ਪੁੱਛੇ ਕਿ ਮੈਨੂੰ ਇਹ ਰੋਗ ਜਾਪਦਾ ਹੈ, ਪਰ ਤੁਸੀਂ ਹੁਣ ਫੋਨ ਤੇ ਮੈਨੂੰ ਲਿਖਾ ਦਿਓ ਕਿੰਨਾ ਪਿਆਜ਼, ਕਿੰਨਾ ਅਦਰਕ, ਕਿੰਨਾ ਥੋਮ ਕਿਸ ਢੰਗ ਨਾਲ ਖਾਵਾਂ, ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜੇ ਸਰੀਰ ਦੇ ਬਾਹਰਲੇ ਕੱਪੜੇ ਨਹੀਂ ਪਤਾ ਲੱਗਦੇ, ਸਰੀਰ ਦੇ ਅੰਦਰਲਾ ਰੋਗ ਜੋ ਤੁਸੀਂ ਦੇਖਿਆ ਹੀ ਨਹੀਂ, ਤੇ ਹਰ ਸਰੀਰ ਦਾ ਸਿਸਟਮ ਵੱਖ ਚੱਲਦਾ ਹੈ, ਕਿਉਂ ਆਪਾਂ ਇਹ ਗਲਤ ਚੀਜ਼ ਕਰ ਰਹੇ ਹਾਂ। ਜਦਕਿ ਸਾਡੇ ਮੁਲਕ ਦੇ ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਿਹਾ ਹੋਇਆ ਕਿ ਫੋਨ ਤੇ ਲਈਆਂ ਸਲਾਹਾਂ ਠੀਕ ਨਹੀਂ ਹੁੰਦੀਆਂ, ਬਿਹਤਰ ਹੁੰਦਾ ਡਾਕਟਰ ਕੋਲ ਚੈੱਕ ਕਰਾਓ, ਕਿਉਂਕਿ ਕਈ ਵਾਰ ਸੀਰੀਅਸ ਬਿਮਾਰੀ ਜੋ ਸਟੇਜ 1 ਤੇ ਹੈ ਤੇ ਸੰਪੂਰਨ ਰੂਪ ਵਿੱਚ ਠੀਕ ਹੋ ਸਕਦੀ ਹੈ, ਅਸੀਂ ਉਸ ਨੂੰ ਜਦੋਂ ਲੇਟ ਕਰ ਦਿੰਦੇ ਹਾਂ ਓੜ ਪੋੜ ਜਾਂ ਸਲਾਹਾਂ ਨਾਲ, ਤਾਂ ਫਿਰ ਨੁਕਸਾਨ ਹੋ ਸਕਦਾ ਹੈ। ਨਾਲੇ ਖੁਰਾਕ ਤਾਂ ਲੰਬੇ ਸਮੇਂ ਬਾਅਦ ਅਸਰ ਕਰਦੀ ਹੈ। ਮੈਮ ਅੱਜ ਅਸੀਂ ਪ੍ਰੋਗਰਾਮ ਕਰਨਾ, ਤੁਸੀਂ ਇਹ ਦੱਸੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਸ਼ੁਕਰੀਆ। ਪਰ ਅਸੀਂ ਅੱਜ ਬੇਹੱਦ ਖਾਸ ਪ੍ਰੋਗਰਾਮ ਹੈ, ਮੇਰੇ ਲਈ ਤਾਂ ਬੜਾ ਇੰਟਰਸਟਿੰਗ ਹੈ। ਸ਼ਾਇਦ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਪ੍ਰਾਈਮ ਏਸ਼ੀਆ ਦੇ, ਉਹਨਾਂ ਦੇ ਲਈ ਵੀ ਇੰਨਾ ਹੀ ਇਹ ਖਾਸ ਪ੍ਰੋਗਰਾਮ ਹੋਵੇ। ਦਹੀਂ ਦੇ ਨਾਲ ਸਾਡੀ ਸਾਰਿਆਂ ਦੀ ਇੱਕ ਯਾਦ ਹੈ ਨਿੱਕੇ ਹੁੰਦਿਆਂ ਤੋਂ, ਕਿਉਂਕਿ ਜਦੋਂ ਅਸੀਂ ਸਕੂਲ ਦੇ ਵਿੱਚ ਜਾਂਦੇ ਸੀ ਜਾਂ ਫਿਰ ਸਾਡਾ ਕੋਈ ਐਗਜ਼ਾਮ ਹੁੰਦਾ ਸੀ, ਪ੍ਰੀਖਿਆ ਹੁੰਦੀ ਸੀ, ਤਾਂ ਉਦੋਂ ਦਹੀਂ ਦੇ ਵਿੱਚ ਸ਼ੱਕਰ ਘੋਲ ਕੇ ਉਹ ਕਿਹਾ ਜਾਂਦਾ ਸੀ ਕਿ ਇਹਦੇ ਨਾਲ, ਸਾਨੂੰ ਤਾਂ ਇਹ ਲੱਗਦਾ ਸੀ ਵੀ ਇਹਦੇ ਨਾਲ ਹੀ ਸ਼ਾਇਦ ਪਾਸ ਹੋਈਦਾ, ਪੜ੍ਹਨ
ਦੀ ਵੀ ਨਹੀਂ ਜ਼ਰੂਰਤ ਨਹੀਂ। ਹਰ ਇੱਕ ਜਿਹੜਾ ਵਿਅਕਤੀ ਹੁੰਦਾ ਉਹਦੀ ਇੱਕ ਖਾਸ ਯਾਦ ਹੈ ਦਹੀਂ ਦੇ ਨਾਲ, ਤੇ ਅੱਜ ਵੀ ਲੋਕ ਬਹੁਤ ਸਾਰੇ ਸੇਵਨ ਕਰਦੇ ਨੇ। ਬਹੁਤ ਸਾਰੇ ਤੁਹਾਡੇ ਵਰਗੇ ਡਾਕਟਰ ਦੱਸਦੇ ਨੇ ਕਿ ਹੋਰ ਕੁਝ ਰਹਿੰਦਾ ਰਹਿ ਜੇ ਪਰ ਦਹੀਂ ਨਹੀਂ ਹੋਣਾ ਚਾਹੀਦਾ। ਦਹੀਂ ਦੇ ਉੱਤੇ ਕਮਾਲ ਦੀ ਖੋਜ ਦਾ ਜ਼ਿਕਰ ਤੁਸੀਂ ਕੀਤਾ, ਤੇ ਮੈਂ ਚਾਹੁੰਦਾ ਕਿ ਉਹ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਜ਼ਰੂਰ ਸਾਂਝਾ ਕਰਿਓ। ਹਾਂ ਬਿਲਕੁਲ, ਤੁਸੀਂ ਸਹੀ ਕਹਿੰਦੇ ਹੋ ਕਿ ਮੈਂ ਜਦੋਂ ਡਾਕਟਰੀ ਸ਼ੁਰੂ ਹੀ ਕੀਤੀ ਸੀ ਬੱਚਿਆਂ ਦੀ ਸਪੈਸ਼ਲਿਸਟ ਬਣਨ ਬਾਅਦ, ਤੇ ਸਭ ਤੋਂ ਪਹਿਲੀ ਚੀਜ਼ ਸਾਹਮਣੇ ਆਉਂਦੀ ਸੀ ਕਿ ਨਵੇਂ ਜੰਮੇ ਬੱਚੇ ਨੂੰ ਦਹੀਂ ਨਾਲ ਨਵਾ ਕੇ ਲਿਆਉਂਦੇ ਸੀ। ਤੇ ਅਸੀਂ ਬੜੇ ਕਾਲਰ ਉੱਤੇ ਕਰਕੇ, ਕੀ ਗੱਲ ਹੈ ਦਹੀਂ ਨਾਲ ਵੀ ਕਦੇ ਨਵਾਈਦਾ ਨਹੀਂ, ਇਹ ਗਲਤ ਹੈ, ਸਾਬਣ ਵਰਤੋ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਮੁੜ ਘਿੜ ਕੇ ਜਦੋਂ ਸਮਝ ਆਈ ਕਿ ਖੋਜਾਂ ਕੀ ਦੱਸਦੀਆਂ ਨੇ, ਸੱਚਮੁੱਚ ਕਮਾਲ ਹੋਈ ਪਈ ਏ। ਪਰ ਮੈਂ ਇੱਕ ਗੱਲ ਦੱਸਾਂ, ਜੇ ਅੱਜ ਤੁਸੀਂ ਮਾਈਕਰੋਸਕੋਪ ਥੱਲੇ ਕਿਤੇ ਦਹੀਂ ਦਾ ਨਿੱਕਾ ਜਿਹਾ ਹਿੱਸਾ ਵੀ ਦੇਖ ਲਓ ਨਾ, ਜਿਵੇਂ ਮੈਂ 6 ਮਹੀਨੇ ਦਹੀਂ ਨੂੰ ਹੱਥ ਨਹੀਂ ਸੀ ਲਾਇਆ, ਤੁਸੀਂ ਵੀ ਨਹੀਂ ਜੇ ਲਾਣ ਲੱਗੇ, ਕਿਉਂਕਿ ਉਸ 'ਚ ਕੁਰਬੁਲ ਕੁਰਬੁਲ ਕਰਦੇ ਇੰਨੇ ਕੀੜੇ ਹੋਣਗੇ ਕਿ ਮੂੰਹ 'ਚ ਪਾਇਆ ਨਹੀਂ ਜਾ ਸਕਦਾ। ਪਰ ਕੁਦਰਤ ਨੇ ਉਹ ਚੰਗੇ ਬੈਕਟੀਰੀਆ ਸਾਨੂੰ ਬਖਸ਼ੇ ਨੇ, ਉਹੀ ਜਿਹੜੀ ਸਾਡੀ ਜਾਨ ਬਚਾਉਂਦੇ ਨੇ। ਮੇਰਾ ਖਿਆਲ ਜਿਹੜਾ ਵੀ ਕੋਵਿਡ ਦੌਰਾਨ ਲੰਘਿਆ ਹੋਏਗਾ ਉਹਨੂੰ ਪਤਾ ਜੇ ਕਿ ਕੀ ਮਾਇਨੇ ਨੇ ਚੰਗੇ ਬੈਕਟੀਰੀਆ ਦੇ, ਕੀ ਇਮਿਊਨਿਟੀ ਹੁੰਦੀ ਜੇ, ਤੇ ਕਿਵੇਂ ਇਹ ਦਹੀਂ ਜਦੋਂ ਤਿਆਰ ਹੁੰਦਾ ਜੇ, ਕੁਦਰਤ ਨੇ ਕਿੰਨੀ ਬੇਸ਼ਕੀਮਤੀ ਚੀਜ਼ ਬਖਸ਼ੀ ਹੈ। ਤੁਸੀਂ ਇੱਥੋਂ ਹੈਰਾਨ ਹੋ ਜਾਓਗੇ ਕਿ ਅਸੀਂ ਨਵ ਜੰਮੇ ਤਾਂ ਛੱਡੋ, ਸਤਮਾਏ ਬੱਚੇ, ਇਹ ਖੋਜਾਂ ਦੇ ਆਧਾਰ ਤੇ ਦੱਸਦੀ ਹਾਂ ਕਿ ਜਿਹੜਾ 7ਵੇਂ ਮਹੀਨੇ 'ਚ ਅਜੇ ਜੰਮ ਪਿਆ ਸਤਮਾਇਆ ਬੱਚਾ, ਜਿਹੜੇ ਤੇ ਬਚਣ ਦੀ ਉਮੀਦ ਨਾ ਹੋਏ, ਜਿਹਦੇ ਅੰਤੜੀਆਂ ਗਲ ਰਹੀਆਂ ਹੋਣ, ਮੌਤ ਯਕੀਨੀ ਹੋਏ, ਜਿਸ ਹਿਸਾਬ ਦੀ ਇਹ ਸਾਡੇ ਪ੍ਰੋਬਾਇਓਟਿਕਸ ਅਸੀਂ ਇਹਨਾਂ ਨੂੰ ਗਿਣਦੇ ਹਾਂ, ਜਿਹੜੇ ਕੀਟਾਣੂ, ਯਾਨੀ ਦਹੀਂ ਤਾਂ ਇੱਕ ਕਿਸਮ ਹੋ ਗਿਆ ਵੀ ਦੁੱਧ ਤੋਂ ਬਣਾਈ ਗਈ, ਇਸੇ ਤਰ੍ਹਾਂ ਕੇਫੀਰ ਹੁੰਦੀ ਜੇ, ਜਿਹੜੇ ਕੀਟਾਣੂ ਜੋ ਬਣਾਉਣ ਵਾਲੇ ਨੇ ਇਸ ਨੂੰ, ਦਹੀਂ ਨੂੰ, ਉਹਨਾਂ ਨੂੰ ਅਸੀਂ ਪ੍ਰੋਬਾਇਓਟਿਕ ਕੀਟਾਣੂ ਗਿਣਦੇ ਹਾਂ। ਉਹ ਚੰਗੇ ਬੈਕਟੀਰੀਆ ਜਦੋਂ ਅਸੀਂ ਸਹੀ ਗਿਣਤੀ ਵਿੱਚ ਸਤਮਾਏ ਬੱਚੇ ਦੇ ਅੰਦਰ ਅੰਤੜੀਆਂ ਵਿੱਚ ਵੀ ਪਾ ਦਿੰਨੇ ਆ, ਯਾਨੀ ਦਹੀਂ ਨਹੀਂ ਪਾਉਂਦੇ, ਉਹੀ ਕੀਟਾਣੂ ਜੋ ਦਹੀਂ ਬਣਾਉਂਦੇ ਨੇ, ਤਾਂ ਉਹਨਾਂ ਨੂੰ ਅਸੀਂ ਬਚਦੇ ਵੇਖਿਆ, ਛੇਤੀ ਹਸਪਤਾਲਾਂ ਤੋਂ ਛੁੱਟੀ ਹੋ ਕੇ ਘਰ ਜਾਂਦੇ ਵੇਖਿਆ। ਸੋ ਇਹ ਖੋਜਾਂ ਸਾਡੀਆਂ ਹੁਣ ਮੈਡੀਕਲ ਬੁੱਕਸ ਵਿੱਚ ਦਰਜ ਨੇ ਕਿ ਪ੍ਰੋਬਾਇਓਟਿਕਸ ਬਹੁਤ ਵਧੀਆ ਨੇ। ਹਾਲੇ ਤੱਕ ਆਪਾਂ ਜੋ ਹੁਣ ਗੱਲਾਂ ਕਰਦੇ ਸਾਂ ਪ੍ਰੀਬਾਇਓਟਿਕਸ ਦੀ, ਉਹ ਕੀ ਚੀਜ਼ਾਂ ਨੇ? ਉਹ ਬਣੀ ਬਣਾਈ ਖੁਰਾਕ ਹੈ, ਜਿਵੇਂ ਗੰਢਾ, ਥੋਮ, ਸੋਇਆਬੀਨ, ਇਹ ਵੱਖਰੀ ਕਿਸਮ ਦੀ ਸਾਨੂੰ ਇਮਿਊਨਿਟੀ ਦਿੰਦੇ ਨੇ। ਪਰ ਦਹੀਂ ਦਾ ਜ਼ਿਕਰ ਇਸ ਕਾਰਨ ਕਰਾਂਗੀ ਕਿ ਜਿਹੜੇ ਕੀਟਾਣੂ, ਜਿਨ੍ਹਾਂ ਵਿੱਚ ਕਿ ਕੁਝ ਉੱਲੀ ਦੇ ਕੀਟਾਣੂ ਵੀ ਨੇ, ਬਿਫਿਡੋਬੈਕਟੀਰੀਅਮ ਵੀ ਨੇ, ਹੁਣ ਇਹਨਾਂ 'ਚ ਹੁੰਦਾ ਕੀ ਜੇ, ਇਹਨਾਂ ਨੇ ਇਸ ਕਦਰ ਸਾਡੇ ਅੰਤੜੀਆਂ ਤੇ ਦਿਮਾਗ ਵਿੱਚ ਕਮਾਲ ਦਾ ਕਨੈਕਸ਼ਨ ਕੁਦਰਤ ਨੇ ਜੋੜਿਆ, ਜੋ ਲੱਭਿਆ ਇਸ ਖੋਜ ਰਾਹੀਂ ਹੈ, ਵੀ ਜਿਹੜਾ ਚਿੜਚਿੜਾਪਨ ਦੇ ਸ਼ਿਕਾਰ ਹੋਣ ਜਾਂ ਅਫਾਰਾ, ਟੱਟੀਆਂ ਲੱਗਦੀਆਂ ਹੋਣ, ਕਬਜ਼ ਰਹਿੰਦੀ ਹੋਏ ਤੋਂ ਲੈ ਕੇ ਬੌਧਿਕ ਵਿਕਾਸ ਤੇ ਤੁਸੀਂ ਹੈਰਾਨ ਹੋ ਜਾਓਗੇ ਮਰਦਾਨਾ ਕਮਜ਼ੋਰੀ ਤੱਕ ਲਈ ਇੰਨੀਆਂ ਕਮਾਲ ਦੀਆਂ ਖੋਜਾਂ ਆਈਆਂ ਨੇ, ਟੂ ਦਿਸ ਐਕਸਟੈਂਟ ਕਿ ਜੇ ਅਸੀਂ ਗਰਭਵਤੀ ਔਰਤ ਨੂੰ ਦਹੀਂ ਰੈਗੂਲਰ 3 ਵਾਰ ਕੌਲੀਆਂ ਖਵਾਉਂਦੇ ਰਹੀਏ ਨਾ, ਤਾਂ ਉਹਦੇ ਬੱਚਾ ਜਿਹੜਾ ਜੰਮਣਾ, ਯਾਨੀ ਜੋ ਪੇਟ 'ਚ ਸੀ, ਉਹਨੂੰ ਚਮੜੀ ਦਾ ਐਟੋਪਿਕ ਡਰਮੇਟਾਈਟਸ ਰੋਗ ਇੱਕ ਹੁੰਦਾ ਜੇ, ਉਹ ਹੁੰਦਾ ਨਹੀਂ। ਜ਼ਰਾ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਉਹ ਜੰਮਿਆ ਵੀ ਨਹੀਂ ਬੱਚਾ, ਉਹਦੇ ਉੱਤੇ ਵੀ ਉਹਦੀ ਚਮੜੀ ਤੇ ਕਿਆ ਕਮਾਲ ਦਾ ਅਸਰ ਦਿਖਾਏਗਾ। ਤੇ ਹੁਣ ਦੱਸ ਦਿਓ ਕਿ ਨਵ ਜੰਮੇ ਬੱਚੇ ਨੂੰ ਨਵਾਉਣਾ, ਜੋ ਪਤਾ ਨਹੀਂ ਕਿਵੇਂ ਸਾਡੇ ਵੱਡੇ ਵਡੇਰਿਆਂ ਨੂੰ ਪਤਾ ਸੀ, ਜੋ ਅਸੀਂ ਹੁਣ ਖੋਜਾਂ ਰਾਹੀਂ ਕੱਢ ਰਹੇ ਹਾਂ, ਕਿ ਜੇ ਉਹਨੂੰ ਦਹੀਂ ਨਾਲ ਨਵਾ ਦਿਓਗੇ ਤਾਂ ਗਜ਼ਬ ਕਰ ਦਿਓਗੇ। ਬਿਲਕੁਲ ਠੀਕ ਹੈ, ਬੈਕਟੀਰੀਆ ਨਹੀਂ ਦੇਖ ਕੇ, ਬੈਕਟੀਰੀਆ ਦੇ ਜ਼ਰੀਏ ਨਹੀਂ ਦੇਖਣਾ, ਬਾਕੀ ਤੁਸੀਂ ਖਾਣਾ ਉਹਨੂੰ ਜ਼ਰੂਰ ਹੈ ਜੀ, ਇਹ ਗੱਲ ਪੱਕੀ ਹੈ ਜੀ। ਬਿਲਕੁਲ।